BDC न्यूज़ का खास धार्मिक नजराना सिख सरगर्मियां लैके मैं हरप्रीत सिंह तुहाडा सब दा स्वागत करदा। जिवें कि तुसीं जाणदे हो, इस प्रोग्राम राहीं असीं अपने दर्शकां नूं सिख कौम दीआं लंघे हफ्ते दीआं कुछ खास धार्मिक गतिविधियां तो जाणू करवाउंदे हां। इन्हां गतिविधियां दे विच खास तौर ते असीं सिख मसले, इतिहासिक दिहाड़े ते देश विदेश दे विच हो रहीआं धार्मिक सरगर्मियां ते झात पाउण दी कोशिश करदे हां। इस तों इलावा श्रोमणी गुरुद्वारा प्रबंधक कमेटी ਵੱਲੋਂ धर्म के प्रचार ते प्रसार दे विच की अहम रोल निभाया जा रहा है, उस बारे भी जानकारी देने हां। सो प्रोग्राम की शुरुआत करदे हां पंथक हलकिਆਂ ਦੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇ ਨਾਲ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2015-16 ਦਾ ਸਾਲਾਨਾ ਬਜਟ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ। 9 ਅਰਬ 93 ਕਰੋੜ 23,99,600 ਰੁਪਏ ਦੇ ਇਸ ਬਜਟ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸੁਖਦੇਵ ਸਿੰਘ ਪੌਰ ਵੱਲੋਂ ਪੇਸ਼ ਕੀਤਾ ਗਿਆ ਤੇ ਇਸ ਨੂੰ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਆਪਣੀ ਪ੍ਰਵਾਨਗੀ ਦੇ ਦਿੱਤੀ। ਇਸ ਸਾਲ ਦਾ ਇਹ ਬਜਟ ਬੀਤੇ ਵਰੇ ਨਾਲੋਂ 9.742% ਵਾਧੇ ਦਾ ਬਜਟ ਰਿਹਾ। ਇਸ ਬਜਟ ਦੇ ਵਿੱਚ ਕਮੇਟੀ ਵੱਲੋਂ ਜਨਰਲ ਬੋਰਡ ਫੰਡ ਦੇ ਲਈ 59 ਕਰੋੜ, ਟਰਸਟ ਫੰਡ ਦੇ ਲਈ 43 ਕਰੋੜ 13,28,600 ਰੁਪਏ, ਵਿਦਿਆ ਫੰਡ ਦੇ ਲਈ 31 ਕਰੋੜ, ਪ੍ਰਿੰਟਿੰਗ ਪ੍ਰੈਸ ਦੇ ਲਈ 7 ਕਰੋੜ, ਧਰਮ ਪ੍ਰਚਾਰ ਕਮੇਟੀ ਦੇ ਲਈ 67 ਕਰੋੜ, ਗੁਰਦੁਆਰਾ ਸਾਹਿਬਾਨ ਸੈਕਸ਼ਨ 85 ਲਈ 6 ਅਰਬ 3 ਕਰੋੜ 84 ਲੱਖ 61,000 ਰੁਪਏ ਤੇ ਵਿਦਿਅਕ ਅਦਾਰਿਆਂ ਦੇ ਲਈ 1 ਅਰਬ 82 ਕਰੋੜ 21 ਲੱਖ ਰੁਪਏ ਰੱਖੇ ਗਏ ਨੇ। ਇਸ ਬਜਟ ਦੇ ਵਿੱਚ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਖੇਡ ਅਤੇ ਵਿਦਿਆ ਨੂੰ ਤਰਜੀਹ ਦਿੱਤੀ ਗਈ ਹੈ। ਇਸੇ ਸੰਬੰਧਿਤ ਸਾਡੇ ਪੱਤਰਕਾਰ ਜੋਤੀ ਬਹਿਲ ਨੇ ਖਾਸ ਗੱਲਬਾਤ ਕੀਤੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦੇ ਨਾਲ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਤੀ ਵਰੇ 2015-16 ਦਾ ਸਾਲਾਨਾ ਬਜਟ ਪਾਸ ਕਰ ਦਿੱਤਾ ਗਿਆ ਹੈ। ਸਰਬਸੰਮਤੀ ਨਾਲ ਇਹ ਬਜਟ ਪਾਸ ਹੋਇਆ ਹੈ। ਕਰੀਬ 10 ਅਰਬ ਦੇ ਕੋਲ ਦਾ ਇਹ ਬਜਟ ਹੈ, ਜੋ ਕਿ ਪਿਛਲੇ ਸਾਲ ਨਾਲੋਂ ਵੀ ਕੋਈ 10% ਇਸ ਦੇ ਵਿੱਚ ਵਾਧਾ ਕੀਤਾ ਗਿਆ ਹੈ। ਕੀ ਇਸ ਬਜਟ ਦੇ ਵਿੱਚ ਰਿਹਾ ਹੈ, ਇਸ ਬਾਰੇ ਗੱਲ ਕਰਦੇ ਹਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਜੀ ਨਾਲ। ਪ੍ਰਧਾਨ ਜੀ, ਇਸ ਸਾਲ ਦਾ ਜੋ 2015-2016 ਦਾ ਬਜਟ ਹੈ, ਉਸ ਬਾਰੇ ਕੀ ਕਿਸ ਚੀਜ਼ ਦੇ ਉੱਪਰ ਫੈਸਲਾ ਕੀਤਾ ਗਿਆ ਜੀ? देखो, ਜਿਹੜਾ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਹੈ, ਇਹਦੇ ਜਿਹੜੇ ਪ੍ਰੋਵੀਜ਼ਨਸ ਹੁੰਦੇ ਨੇ, ਇੱਕ ਤਾਂ ਉਹ ਧਰਮ ਪ੍ਰਚਾਰ ਦਾ ਪ੍ਰੋਵੀਜ਼ਨ ਹੁੰਦਾ, ਇੱਕ ਹੁੰਦਾ ਸਾਡਾ ਪ੍ਰੋਵੀਜ਼ਨ ਜਨਰਲ ਬੋਰਡ ਫੰਡ ਦਾ, ਜਿਹਦੇ ਨਾਲ ਸਾਡੇ ਸਾਰੇ ਖਰਚੇ ਚੱਲਦੇ ਨੇ, ਇੱਕ ਸਾਡਾ ਪ੍ਰੋਵੀਜ਼ਨ ਹੁੰਦਾ ਐਜੂਕੇਸ਼ਨ ਦਾ। ਔਰ ਅਸੀਂ ਸਾਰੇ ਹੀ ਜਿਹੜੇ ਸਬਜੈਕਟ ਨੇ ਉਹਨਾਂ ਦੇ ਮੁਤਾਬਕ ਉਹਨਾਂ ਦੀ ਵੰਡ ਕਰਕੇ ਇਹਦੇ ਨਾਲ ਅਸੀਂ ਜਿਹੜੇ ਬਾਕੀ ਕੁਛ ਲੋੜਵੰਦ ਨੇ, ਜਿਵੇਂ ਹੁਣ ਅਸੀਂ ਖੇਡਾਂ ਨੂੰ ਪ੍ਰਫੁੱਲਿਤ ਕਰ ਰਹੇ ਹਾਂ, ਉਹਦੇ ਵਾਸਤੇ ਅਸੀਂ ਹਾਕੀ ਲਈ 3 ਕਰੋੜ ਰੁਪਇਆ ਰੱਖਿਆ। ਯੂਨੀਵਰਸਿਟੀ ਹੈ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਬਣ ਰਹੀ ਹੈ, 8 ਕਰੋੜ ਰੁਪਇਆ ਅਸੀਂ ਉਹਦੇ ਲਈ ਰੱਖਿਆ। ਇਸੇ ਤਰ੍ਹਾਂ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਹਰਿਆਣਾ 5 ਕਰੋੜ ਉਹਦੇ ਲਈ ਰੱਖਿਆ ਅਤੇ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਲਈ 3 ਕਰੋੜ ਰੁਪਇਆ ਰੱਖਿਆ। ਉਸ ਤੋਂ ਬਾਅਦ ਕੈਂਸਰ ਫੰਡ ਲਈ ਅਸੀਂ 6 ਕਰੋੜ ਰੁਪਇਆ ਰੱਖਿਆ। ਔਰ ਬਾਕੀ ਕੈਂਬਰਿਜ ਯੂਨੀਵਰਸਿਟੀ ਨਾਲ ਸਾਡਾ ਸਮਝੌਤਾ, ਸਾਡੇ ਬੱਚੇ ਉੱਥੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ PhD ਵਗੈਰਾ ਕਰਨ ਜਾਂਦੇ ਆ, ਉਹਨਾਂ ਲਈ 1 ਕਰੋੜ ਰੁਪਇਆ ਰੱਖਿਆ। ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਵਜ਼ੀਫੇ ਦੇ 2 ਕਰੋੜ ਰੁਪਇਆ ਰੱਖਿਆ। ਗੁਰੂ ਗੋਬਿੰਦ ਸਾਹਿਬ ਮਿਸ਼ਨ ਸ਼ਾਹਪੁਰ ਲਈ, ਇਹ ਹਰਿਆਣੇ 'ਚ ਹੈ, ਇਹਦੇ ਲਈ ਵੀ 2 ਕਰੋੜ ਰੁਪਇਆ ਰੱਖਿਆ। ਅਤੇ ਇਸ ਤੋਂ ਇਲਾਵਾ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਘੰਟਾ ਘਰ ਵਾਲਾ ਪਾਸਾ ਹੈ, ਉਹ ਦੁਕਾਨਾਂ ਅਸੀਂ ਖਾਲੀ ਕਰਾ ਰਹੇ ਹਾਂ ਔਰ ਉਹਦਾ ਜਿਹੜਾ ਨਵੀਨੀਕਰਨ ਹੋਣਾ ਹੈ, ਉਹਦੇ ਲਈ ਅਸੀਂ 5 ਕਰੋੜ ਰੁਪਏ ਰੱਖੇ ਨੇ। ਇਸ ਤੋਂ ਬਾਅਦ ਲੰਗਰ ਹਾਲ ਦੀ ਇਮਾਰਤ ਲਈ ਅਸੀਂ 37 ਕਰੋੜ ਰੁਪਇਆ ਰੱਖਿਆ। ਇਸ ਤੋਂ ਬਾਅਦ ਖਰੀਦ ਜ਼ਮੀਨ ਜਾਇਦਾਦ ਜਿਹੜੀ ਹੈ, ਮੰਜੀ ਸਾਹਿਬ ਕੋਟਾਂ ਅਸੀਂ ਲਈ ਹੈ ਪਹਿਲਾਂ ਜ਼ਮੀਨ 13 ਕਰੋੜ 22 ਲੱਖ ਦੀ। ਹੁਣ ਸ੍ਰੀ ਗੁਰੂ ਨਾਨਕ ਉਜੈਨ ਦੇ ਵਿੱਚ ਸਾਡਾ ਮੱਧ ਪ੍ਰਦੇਸ਼ ਕੱਲ ਗੁਰਦੁਆਰਾ ਸਾਹਿਬ ਬਣ ਰਿਹਾ, ਉਹਦੇ ਲਈ ਅਸੀਂ 22,83,103 ਰੁਪਏ 31 ਮਾਰਚ ਤੱਕ ਖਰਚ ਹੋਣ ਦਾ ਅੰਦਾਜ਼ਾ ਹੈ। ਉਹ ਅਸੀਂ ਬਜਟ ਵਿੱਚ 1 ਕਰੋੜ ਰੁਪਇਆ ਬਜਟ ਵਿੱਚ ਪ੍ਰੋਵਾਈਡ ਕੀਤਾ। ਇਸ ਤੋਂ ਇਲਾਵਾ ਸਾਰਾਗੜ੍ਹੀ ਸਰਾਂ ਜਿਹੜੀ ਹੈ, ਇਹਦੇ ਲਈ ਵੀ ਅਸੀਂ ਕਾਫੀ ਤਕਰੀਬਨ 2 ਕਰੋੜ ਰੁਪਏ ਰੱਖੇ ਨੇ ਇਹਨੂੰ ਕੰਪਲੀਟ ਕਰਨ ਲਈ। ਉਸ ਤੋਂ ਬਾਅਦ ਮਨੁੱਖਤਾ ਦੀ ਭਲਾਈ ਲਈ ਜਿਹੜੀ ਹੈ, ਉਹ ਅਸੀਂ 10 ਲੱਖ ਰੁਪਏ ਰੱਖੇ ਨੇ, ਪਿੰਗਲਵਾੜੇ ਨੂੰ ਜਾਂਦੇ ਨੇ, ਭਗਤ ਪੂਰਨ ਸਿੰਘ ਪਿੰਗਲਵਾੜੇ ਨੂੰ ਜਾਂਦੇ ਨੇ। ਉਸ ਤੋਂ ਬਾਅਦ ਭਾਈ ਬਚਿੱਤਰ ਸਿੰਘ ਜਿਹੜੀ ਸਰਾਂ ਬਣ ਰਹੀ ਹੈ ਅਨੰਦਪੁਰ ਸਾਹਿਬ 'ਚ, ਉਹਦੇ ਲਈ ਅਸੀਂ 3 ਕਰੋੜ 40 ਲੱਖ ਰੁਪਏ ਰੱਖੇ ਗਏ ਨੇ। ਔਰ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਜਿਹੜਾ ਹੁਣ ਸ਼ੁਰੂ ਹੋਇਆ, ਉਹ
ਭਾਈ ਬਚਿੱਤਰ ਸਿੰਘ ਨਿਵਾਸ 250 ਕਮਰੇ ਹੋਣਗੇ ਔਰ ਕਈ ਹਾਲ ਹੋਣਗੇ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਦੇ ਵਿੱਚ 500 ਕਮਰੇ ਹੋਣਗੇ ਔਰ ਇਹਦੇ 'ਚ ਵੀ ਕਈ ਹੋਣਗੇ ਆਪਣਾ ਜਿਹੜੇ ਹਾਂਜੀ ਹਾਲ ਹੋਣਗੇ। ਇਹਦੇ ਲਈ ਅਸੀਂ ਜਿਹੜਾ 1,80,58,57,711 ਰੁਪਏ ਦਾ ਅੰਦਾਜ਼ਾ, ਕਿਉਂਕਿ ਕਾਰ ਸੇਵਾ ਰਾਹੀਂ ਹੋ ਰਿਹਾ। ਸਾਲ 2015-16 ਦੇ ਇਸ ਸਾਲਾਨਾ ਬਜਟ ਵਿੱਚ ਕੀਤੀ ਗਈ 10% ਦੀ ਵਾਧੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨਾਂ ਦੀ ਦੇਖਭਾਲ ਦੇ ਨਾਲ ਹੁਣ ਵਿਦਿਅਕ ਅਦਾਰਿਆਂ ਦੇ ਉੱਪਰ ਵੀ ਤਰਜੀਹ ਦੇਣ ਜਾ ਰਹੀ ਹੈ, ਸਿਹਤ ਖੇਤਰ 'ਚ ਵੀ ਤਰਜੀਹ ਦੇਣ ਜਾਣੀ ਹੈ ਔਰ ਇਸ ਸਾਲ ਇਹਨਾਂ ਦੀ ਇੱਕ ਕੋਸ਼ਿਸ਼ ਰਹੇਗੀ ਕਿ ਖੇਡਾਂ ਨੂੰ ਵੀ ਪ੍ਰਫੁੱਲਿਤ ਕੀਤਾ ਜਾਏ। ਸ਼੍ਰੀ ਹਰਮੰਦਰ ਸਾਹਿਬ ਪਰਿਸਰ ਵਿੱਚ ਸਥਿਤ 9ਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਥੜਾ ਸਾਹਿਬ ਤੇ ਚੱਲ ਰਹੀ ਸੇਵਾ ਦੇ ਤਹਿਤ ਇਸ ਦੇ ਗੁਬੰਦ ਤੇ ਸੋਨੇ ਦੀ ਸੇਵਾ ਦਾ ਕਾਰਜ ਜੈਕਾਰਿਆਂ ਦੀ ਗੂੰਜ ਦੇ ਨਾਲ ਆਰੰਭ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੋਏ ਇੱਕ ਧਾਰਮਿਕ ਸਮਾਗਮ ਦੌਰਾਨ ਅਰਦਾਸ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇਸ ਸੇਵਾ ਦੀ ਸ਼ੁਰੂਆਤ ਕੀਤੀ। ਸਮਾਗਮ ਦੇ ਵਿੱਚ ਕਮੇਟੀ ਪ੍ਰਧਾਨ ਅਵਤਾਰ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਦਿੱਲੀ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਉੱਘੀ ਸ਼ਖਸੀਅਤਾਂ ਮੌਜੂਦ ਸਨ। ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਸੇਵਾ ਕਮੇਟੀ ਵੱਲੋਂ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੂੰ ਸੌਂਪੀ ਗਈ ਸੀ ਤੇ ਇਹ ਕਾਰਜ ਪੂਰੀ ਮਰਿਆਦਾ ਨਾਲ ਟਕਸਾਲ ਵੱਲੋਂ ਨਿਭਾਇਆ ਗਿਆ। ਇਸ ਤੇ ਲਗਾਏ ਜਾ ਰਹੇ ਸੰਗਮਰਮਰ ਦੀ ਸੇਵਾ ਦਾ ਕੰਮ 90% ਪੂਰਾ ਹੋ ਚੁੱਕਿਆ ਹੈ। ਅੱਜ ਇਸੇ ਕਲਸਾਂ ਅਤੇ ਕਲਸੀਆਂ ਤੇ ਸੋਨਾ ਚੜਾਉਣ ਦੀ ਸੇਵਾ ਸ਼ੁਰੂ ਹੋਈ। ਇਸ ਸੇਵਾ ਦੇ ਵਿੱਚ ਕਰੀਬ 15 ਕਿਲੋ ਸੋਨੇ ਦੀ ਵਰਤੋਂ ਕੀਤੀ ਗਈ ਹੈ ਤੇ ਇਹ ਸੇਵਾ ਟਕਸਾਲ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਭਾਈ ਗਈ ਹੈ। ਇਸ ਸੇਵਾ ਤੇ ਸੰਗਤ ਨੂੰ ਤੇ ਟਕਸਾਲ ਦੇ ਮੁਖੀ ਨੂੰ ਵਧਾਈ ਦਿੰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸੰਗਤਾਂ ਦੀ ਮੰਗ ਸੀ ਕਿ ਜਿਸ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਸੋਨਾ ਲੱਗਿਆ ਹੋਇਆ ਹੈ, ਉਸੇ ਤਰ੍ਹਾਂ ਇਸ ਇਤਿਹਾਸਿਕ ਸਥਾਨ ਤੇ ਵੀ ਸੋਨਾ ਹੋਣਾ ਚਾਹੀਦਾ ਹੈ, ਜਿਸ ਨੂੰ ਪੂਰਾ ਕਰਦਿਆਂ ਟਕਸਾਲ ਨੂੰ ਇਹ ਸੇਵਾ ਨਿਭਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਗਿਆ। ਇਹ ਸੇਵਾ ਪੂਰੀ ਹੋਣ ਤੋਂ ਬਾਅਦ ਹੁਣ ਇਹ ਸਥਾਨ ਦੀ ਦਿੱਖ ਵੀ ਬਹੁਤ ਸੁੰਦਰ ਹੋ ਜਾਏਗੀ। ਉਹਨਾਂ ਇਸ ਕਾਰਜ ਨੂੰ ਗੁਰਮਰਿਆਦਾ ਦੇ ਨਾਲ ਨਿਭਾਉਣ ਦੇ ਲਈ ਟਕਸਾਲ ਨੂੰ ਵਧਾਈ ਦਿੱਤੀ। ਪ੍ਰਧਾਨ ਸਾਹਿਬ ਦੀ ਸੰਗਤਾਂ ਦੀ ਇਹ ਖਾਹਿਸ਼ ਸੀ ਕਿ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਦਰਬਾਰ ਸਾਹਿਬ ਸਾਰੇ ਤੇ ਸੋਨੇ ਦੀ ਸੇਵਾ ਹੋਈ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੋਨਾ ਲੱਗਿਆ ਹੋਇਆ ਹੈ। ਇਹ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁੰਦਰ ਸਥਾਨ ਹੈ। ਇਸ ਦੇ ਗੁੰਬਜ ਦੇ ਉੱਤੇ ਵੀ ਸੋਨੇ ਦੀ ਸੇਵਾ ਹੋਣੀ ਚਾਹੀਦੀ ਹੈ। ਇਸ ਕਰਕੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁੰਬਜ ਤੇ ਸੋਨਾ ਲਵਾਉਣ ਦੀ ਜਿਹੜੀ ਸੇਵਾ ਸੀ ਆਰੰਭ ਕੀਤੀ ਹੈ। ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਤਨ ਮਨ ਧਨ ਕਰਕੇ ਸੇਵਾਵਾਂ ਕਰ ਰਹੀਆਂ ਹਨ ਕਿ ਗੁਰਦੇਵ ਪਾਤਸ਼ਾਹ ਨੇ ਇਹ ਮਹਾਨ ਬਖਸ਼ਿਸ਼ ਕੀਤੀ ਦਮਦਮੀ ਟਕਸਾਲ ਦੇ ਉੱਤੇ, ਜਿਨ੍ਹਾਂ ਨੇ ਸ਼ਹਾਦਤਾਂ ਬਹੁਤ ਵੱਡੀਆਂ ਪ੍ਰਾਪਤ ਕੀਤੀਆਂ, ਸੇਵਾਵਾਂ ਵੀ ਬਹੁਤ ਵੱਡੀਆਂ ਪ੍ਰਾਪਤ ਕੀਤੀਆਂ। ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਹੁਤ ਵੱਡੀਆਂ ਸੇਵਾਵਾਂ ਕਰ ਰਹੀ ਹੈ। ਗੁਰਬਾਣੀ ਲਿਖਣ ਦੇ ਵਿੱਚ ਵੀ ਦਮਦਮੀ ਟਕਸਾਲ ਦੀ ਬਹੁਤ ਵੱਡੀ ਸੇਵਾ ਹੈ। ਇਸ ਲਈ ਗੁਰੂ ਬਖਸ਼ਿਸ਼ ਕਰੇ ਇਹ ਸੇਵਾ ਇਹਨਾਂ ਤੋਂ ਲੈਂਦੇ ਰਹੇ। ਇਸ ਸੇਵਾ ਨੂੰ ਨਿਭਾਉਣ ਵਾਲੇ ਟਕਸਾਲ ਅਤੇ ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਇਸ ਕਾਰਜ ਦੇ ਪੂਰੇ ਹੋਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸਤਿਗੁਰੂ ਵੱਲੋਂ ਬਖਸ਼ੀ ਇਸ ਸੇਵਾ ਨੂੰ ਨਿਭਾਉਣ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਿਲੇ ਸਹਿਯੋਗ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਨੇ ਤੇ ਇਸ ਕਾਰਜ ਨੂੰ ਮਰਿਆਦਾ ਦੇ ਨਾਲ ਨਿਭਾਉਣ ਦੇ ਲਈ ਉਹ ਤਤਪਰ ਨੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਗੁਰਦੁਆਰਾ ਸ੍ਰੀ ਥੜਾ ਸਾਹਿਬ ਪਾਤਸ਼ਾਹੀ 9ਵੀਂ, ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਚੁਗਿਰਦੇ ਦੇ ਅੰਦਰ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਸੁਭਾਈਮਾਨ ਹੈ। ਉਸ ਸਥਾਨ ਦੀਆਂ ਜਿੱਥੇ ਉਸਾਰੀ ਦੀਆਂ ਸੇਵਾਵਾਂ ਮੁਕੰਮਲ ਹੋਈਆਂ, ਸੰਗਮਰਮਰ ਦੀ ਸੇਵਾ 90% ਤੱਕ ਉਹ ਪੂਰੀ ਮੁਕੰਮਲ ਹੋ ਚੁੱਕੀ ਹੈ। ਥੋੜੀ ਸੇਵਾ ਬਾਕੀ ਜਿਹੜੀ ਸੰਗਮਰਮਰ ਦੀ ਅਜੇ ਰਹਿ ਰਹੀ ਹੈ। ਸੋਨੇ ਦੀ ਸੇਵਾ ਜੋ ਸੋਨੇ ਦੇ ਕਲਸੀਆਂ ਔਰ ਸਾਰੇ ਗੁੰਬਜ ਉੱਤੇ ਜੋ ਸੋਨਾ ਲਾਇਆ ਜਾਣਾ, ਉਹ ਸਾਰੀ ਸੇਵਾ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਰੰਭ ਹੋ ਚੁੱਕੀ ਹੈ ਔਰ ਜਲਦੀ ਹੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸੇਵਾ ਸਾਰੀ ਸੰਪੂਰਨ ਹੋਏਗੀ। ਸ਼੍ਰੀ ਅਨੰਦਪੁਰ ਸਾਹਿਬ ਵਸਾਉਣ ਤੇ 350 ਸਾਲ ਪੂਰੇ ਹੋਣ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ 50 ਸਾਲ ਹੋਣ ਉਤੇ ਇੱਕ ਵਿਸ਼ਾਲ ਨਗਰ ਕੀਰਤਨ
4 ਅਪ੍ਰੈਲ ਨੂੰ ਸਵੇਰੇ 6 ਵਜੇ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੋਇਆ, ਜੋ ਪੰਜਾਬ ਦੇ ਵੱਖੋ-ਵੱਖ ਕਸਬਿਆਂ ਤੇ ਸ਼ਹਿਰਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਸ਼੍ਰੀ ਅਨੰਦਪੁਰ ਸਾਹਿਬ ਪੁੱਜ ਕੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਵੱਡੀ ਗਿਣਤੀ ਵਿੱਚ ਸੰਗਤਾਂ ਬੱਸਾਂ, ਟਰੱਕਾਂ, ਜੀਪਾਂ, ਕਾਰਾਂ, ਟਰਾਲੀਆਂ ਆਦਿ ਲੈ ਕੇ ਸ਼ਾਮਲ ਹੋਈ। ਸਕੂਲੀ, ਫੌਜੀ ਬੈਂਡ ਸਾਰੇ ਰਸਤੇ ਧਾਰਮਿਕ ਧੁਨਾਂ ਨਾਲ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਗੁਰਦੁਆਰਾ ਗੁਰੂ ਕੇ ਮਹਿਲ ਦੇ ਸੇਵਾਦਾਰ ਵਾਹਿਗੁਰੂ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ 350 ਸਾਲ ਅਤੇ ਉਹਨਾਂ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਇਆਂ 50 ਵਰ੍ਹੇ ਪੂਰੇ ਕਰਨ ਨੂੰ ਸਮਰਪਿਤ ਹੈ। ਉਹਨਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈ ਸੰਗਤ ਦਾ ਧੰਨਵਾਦ ਵੀ ਕੀਤਾ। ਰਾਹ ਦੇ ਵਿੱਚ ਥਾਂ ਤੇ ਬੜਾ ਉਤਸ਼ਾਹ ਦਿਖਾ ਰਹੀਆਂ ਨੇ। ਮੈਂ ਕਾਰ ਸੇਵਾ ਵੱਲੋਂ ਸੰਗਤਾਂ ਦਾ ਅਤੀ ਧੰਨਵਾਦੀ ਹਾਂ। ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਨੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕੀਤਾ, ਜਿਨ੍ਹਾਂ ਨੂੰ ਇਹ 350 ਸਾਲ ਵੇਖਣੇ ਨਸੀਬ ਹੋਏ ਨੇ। ਅਸੀਂ ਵਡਭਾਗੇ ਹਾਂ ਕਿ ਸਤਿਗੁਰੂ ਜੀ ਦੇ ਇਸ ਨਗਰ ਕੀਰਤਨ ਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ, ਜੋ 350 ਸਾਲਾ ਮਨਾਇਆ ਜਾ ਰਿਹਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸੰਗਤਾਂ ਨੂੰ ਇਸ ਤਰ੍ਹਾਂ ਹੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਅਤੇ ਨਗਰ ਕੀਰਤਨ ਦੇ ਵਿੱਚ ਇਸ ਤਰ੍ਹਾਂ ਵੱਧ ਚੜ੍ਹ ਕੇ ਸੰਗਤਾਂ ਹਿੱਸਾ ਲੈਣ ਅਤੇ 350 ਸਾਲਾ ਜਿਹੜਾ ਹੈ ਉਹ ਸਫਲ ਹੋ ਜਾਵੇ ਸੰਗਤਾਂ ਦਾ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਲੁਧਿਆਣਾ ਤੇ ਸ਼ਹੀਦ ਬਾਬਾ ਦੀਪ ਸਿੰਘ ਰਣਜੀਤ ਅਖਾੜਾ, ਭਾਈਚਾਰਾ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵੱਲੋਂ ਖਾਲਸਾ ਪੰਥ ਦੇ ਸਥਾਪਨਾ ਦਿਹਾੜੇ ਵਿਸਾਖੀ ਨੂੰ ਸਮਰਪਿਤ ਪਹਿਲਾ ਸੂਬਾ ਪੱਧਰੀ ਗੱਤਕਾ ਮੁਕਾਬਲਾ ਫੀਲਡਗੰਜ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਕਰਵਾਇਆ ਗਿਆ। ਗੱਤਕਾ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਅਤੇ ਸੰਸਥਾ ਦੇ ਆਗੂਆਂ ਨੇ ਚੌੜਾ ਬਾਜ਼ਾਰ ਸਥਿਤ ਪਿੰਕ ਪਲਾਜ਼ਾ ਮਾਰਕੀਟ ਦੇ ਵਿੱਚੋਂ ਇੱਕ ਪੈਦਲ ਮਾਰਚ ਦਾ ਆਯੋਜਨ ਕੀਤਾ। ਇਸ ਮੌਕੇ ਤੇ ਸੰਸਥਾ ਦੇ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਆਯੋਜਿਤ ਹੋਣ ਵਾਲੇ ਸੂਬਾ ਪੱਧਰੀ ਗੱਤਕਾ ਮੁਕਾਬਲੇ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣ ਦੇ ਲਈ ਪੈਦਲ ਮਾਰਚ ਦਾ ਪ੍ਰਬੰਧ ਕੀਤਾ ਗਿਆ। 315 ਸਾਲ ਹੋ ਗਏ ਕਲਗੀਧਰ ਪਾਤਸ਼ਾਹ ਨੂੰ ਅੰਮ੍ਰਿਤ ਦੀ ਦਾਤ ਦਿੱਤੇ ਨੂੰ। ਵਿਸਾਖੀ ਦਾ ਜਿਹੜਾ ਦਿਹਾੜਾ ਮਨਾਇਆ ਸੀ ਖਾਲਸਾ ਦਿਹਾੜਾ, ਉਸ ਨੂੰ ਸਮਰਪਿਤ ਭਾਈਚਾਰਾ ਸੇਵਾ ਸੁਸਾਇਟੀ, ਸ਼ਹੀਦ ਬਾਬਾ ਦੀਪ ਸਿੰਘ ਰਣਜੀਤ ਅਖਾੜਾ, ਚੌੜਾ ਬਾਜ਼ਾਰ ਐਸੋਸੀਏਸ਼ਨ, ਅਕਾਲ ਮਾਰਕੀਟ ਐਸੋਸੀਏਸ਼ਨ ਤੇ ਯੂਥ ਦੇ ਸਾਰੇ ਵੀਰਾਂ ਵੱਲੋਂ ਚੌੜੇ ਬਾਜ਼ਾਰ ਦੇ ਵਿੱਚੋਂ ਇੱਕ ਖਾਲਸਾ ਮਾਰਚ ਕੱਢਿਆ ਗਿਆ ਆਰੰਭਤਾ ਦੇ ਵਿੱਚ, ਜਿਹਦੇ ਵਿੱਚ ਖਾਲਸੇ ਨੂੰ ਸਮਰਪਿਤ ਸਜੀਆਂ ਹੋਈਆਂ ਜਿਹੜੀਆਂ ਫੌਜਾਂ ਜੋ ਕਲਗੀਧਰ ਪਾਤਸ਼ਾਹ ਨੇ ਜਿਹੜੀਆਂ ਸਜਾਈਆਂ ਸੀਗੀਆਂ, ਅੱਜ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜਾ ਮੰਨਿਆ ਜਾਂਦਾ ਹੈ, ਜਿਹੜਾ ਨਸ਼ੇ ਨੂੰ ਰਹਿਤ ਜਿਹੜਾ ਸਮਾਜ ਕਲਗੀਧਰ ਪਾਤਸ਼ਾਹ ਨੇ ਜਿਹੜੀ ਸਿਰਜਣਾ ਕੀਤੀ ਸੀ, ਉਸ ਨੂੰ ਸਮਰਪਿਤ ਅੱਜ ਸਾਰੇ ਸਿੰਘਾਂ ਨੇ ਜਿੱਥੇ ਕੇਸਰੀ ਦਸਤਾਰਾਂ ਸਜਾਈਆਂ, ਨੀਲੇ ਬਾਣੇ ਪਾਏ, ਹਰੇ ਬਾਣੇ ਪਾਏ, ਗ੍ਰੀਨ ਬਾਣੇ ਪਾਏ, ਤਕਰੀਬਨ ਹਰ ਤਰ੍ਹਾਂ ਦੇ ਬਾਣੇ ਪਾ ਕੇ ਜਿੱਥੇ ਅੱਜ ਮਾਰਚ ਕੱਢਿਆ ਤੇ ਨਾਲ ਜਿਹੜਾ ਗੱਤਕੇ ਦਾ ਜਾਲੋ ਜਲਾਲ ਦਿਖਾਇਆ, ਆਪਣਾ ਜ਼ੋਰ ਜਮਾਇਸ਼ ਕੀਤੀ ਹੈ। ਉਹ ਦੱਸਿਆ ਗਿਆ ਕਿ ਜਿੱਦਾਂ 300 ਸਾਲ ਪਹਿਲਾਂ ਹੀ ਗੁਰੂ ਸਾਹਿਬ ਨੇ ਦੱਸਤਾ ਸੀ ਵੀ ਸਮਾਜ ਨੂੰ ਜੇ ਨਿਰੋਇਆ ਰੱਖਣਾ ਤੇ ਖੇਡਾਂ ਬਹੁਤ ਵੱਡੀ ਚੀਜ਼ ਹੈ ਤੇ ਗੱਤਕਾ ਮੈਂ ਕਹਿੰਦਾ ਕਿ ਅੱਜ ਜੇ ਪੰਜਾਬ ਦਾ ਜੇ ਗੱਲ ਆਉਂਦੀ ਹੈ ਤੇ ਉੱਥੇ ਗੱਤਕੇ ਦੀ ਗੱਲ ਜ਼ਰੂਰ ਆਉਂਦੀ ਹੈ। ਜੇ ਗੱਤਕੇ ਦਾ ਜਿਹੜਾ ਜਾਲੋ ਦਿਖਾਇਆ, 16 ਟੀਮਾਂ ਨੇ ਭਾਗ ਲਿਆ, ਉਹਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਵਿੱਚ ਸਿੰਘਾਂ ਨੇ ਜਿੱਥੇ ਫਾਈਟਾਂ ਕੀਤੀਆਂ, ਫਾਈਟਾਂ ਦੇ ਨਾਲ ਨਾਲ ਪ੍ਰਦਰਸ਼ਨ ਕੀਤਾ। ਅੱਜ ਦਿਖਦਾ ਹੈ ਕਿ ਪੰਜਾਬ ਦੀ ਅਸਲੀ ਦਿੱਖ ਕਿਹੜੀ ਹੈ। ਮੈਂ ਉਹਨਾਂ ਨੌਜਵਾਨਾਂ ਨੂੰ ਮੈਸੇਜ ਦਿੰਦਾ ਜਿਹੜੇ ਨੌਜਵਾਨ ਅੱਜ ਨਸ਼ੇ ਦੇ ਵਿੱਚ ਗ੍ਰਸਤ ਹੈ, ਉਹ ਇਹ ਚੀਜ਼ਾਂ ਤੋਂ ਨਿਕਲ ਕੇ ਜੋ ਕਲਗੀਧਰ ਪਾਤਸ਼ਾਹ ਨੇ ਜਦੋਂ ਸਾਨੂੰ ਸਿਖਾਇਆ ਸੀ, ਨਰੋਏ ਸਮਾਜ ਦੀ ਜਿਹੜੀ ਰਚਨਾ ਕੀਤੀ ਸੀ, ਉਸ ਜਲਾਲ ਦੇ ਵਿੱਚ ਅੱਜ ਇਹ ਸਾਡਾ ਪ੍ਰੋਗਰਾਮ ਦਿਖਾਇਆ ਗਿਆ। ਤੇ ਉਹਨਾਂ ਨੂੰ ਵੀ ਮੈਸੇਜ ਹੈ ਕਿ ਅੱਜ ਸਹੀ ਸਮਾਜ ਦੀ ਜਿਹੜੀ ਰਚਨਾ ਜੇ ਸਹੀ ਗੱਲ ਕਹੀਏ, ਦੇਸ਼ ਤੇ ਜੋ ਕੌਮ ਦੀ ਜੇ ਸੇਵਾ ਕਰਨੀ ਚਾਹੁੰਦੇ ਆ ਲੋਕ, ਤੇ ਅੱਜ ਗੱਤਕੇ ਦੇ ਨੂੰ ਸਮਰਪਿਤ ਹੋਵੇ ਤੇ ਜਾਂ ਹੋਰ ਖੇਡਾਂ ਨਾਲ ਸਮਰਪਿਤ ਹੋ ਕੇ ਇਸ ਕੰਮ ਦੇ ਵਿੱਚ ਹਿੱਸਾ ਪਾਉਣ। ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਸੁਸਾਇਟੀਆਂ ਨੇ ਜਿਹੜਾ ਹਿੱਸਾ ਪਾਇਆ। ਇਹ ਪੈਦਲ ਮਾਰਚ ਚੌੜਾ ਬਾਜ਼ਾਰ ਸਥਿਤ ਪਿੰਕ ਪਲਾਜ਼ਾ ਮਾਰਕੀਟ ਤੋਂ ਆਰੰਭ ਹੋ ਕੇ ਘੰਟਾ ਘਰ, ਰੇਲਵੇ ਸਟੇਸ਼ਨ, ਲੱਕੜ ਬਾਜ਼ਾਰ ਚੌਂਕ, ਸੁਭਾਨੀ ਬਿਲਡਿੰਗ, ਗੁਰਦੁਆਰਾ ਕਲਗੀਧਰ ਅਤੇ ਫੀਲਡਗੰਜ ਦੇ ਰਾਹ ਤੋਂ ਹੁੰਦਾ ਹੋਇਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਅਰਦਾਸ ਦੇ ਨਾਲ ਸੰਪੰਨ ਹੋਇਆ। ਭਾਈਚਾਰਾ ਸੇਵਾ ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਰਣਜੀਤ ਅਖਾੜਾ ਦੇ ਸੇਵਾਦਾਰ ਸਹਿਬਾਨਾਂ ਨੇ ਦੱਸਿਆ ਕਿ ਪ੍ਰਦਰਸ਼ਨੀ ਮੁਕਾਬਲਿਆਂ ਦੇ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਖਿਡਾਰੀ ਨੂੰ 7100 ਰੁਪਏ, ਦੂਜੇ ਸਥਾਨ ਤੇ ਆਉਣ ਵਾਲੇ ਖਿਡਾਰੀ ਨੂੰ 5100 ਅਤੇ ਤੀਜੇ ਸਥਾਨ ਤੇ ਆਉਣ ਵਾਲੇ ਖਿਡਾਰੀ ਨੂੰ 3100 ਰੁਪਏ ਦੇ ਨਗਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਫਾਈਟ ਮੁਕਾਬਲਿਆਂ ਦੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੂੰ ਕ੍ਰਮਵਾਰ 5100, 3100 ਤੇ 2100 ਰੁਪਏ ਦੇ ਪੁਰਸਕਾਰ ਨਾਲ
ਸਨਮਾਨਿਤ ਕੀਤਾ ਗਿਆ। ਉਧਰ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣਾ ਹੈ ਪ੍ਰਤਿਭਾਗੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਦੇ ਨਾਲ ਅੱਜ ਦੀ ਪੀੜ੍ਹੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਨਾਲ ਹੀ ਆਪਣੀ ਸਿੱਖੀ ਨਾਲ ਜੁੜ ਕੇ तमाम ਬੁਰਾਈਆਂ ਨੂੰ ਖਤਮ ਕਰਨ ਦੀ ਤਾਕਤ ਵੀ ਮਿਲਦੀ ਹੈ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਭਾਈਚਾਰਾ ਸੇਵਾ ਸੁਸਾਇਟੀ ਬਾਬਾ ਦੀਪ ਸਿੰਘ ਅਖਾੜਾ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਲੁਧਿਆਣਾ ਸ਼ਹਿਰ ਵਿਖੇ ਬਹੁਤ ਹੀ ਇੱਕ ਵਿਸ਼ਾਲ ਗੱਤਕਾ ਮੁਕਾਬਲਾ ਕਰਾਇਆ ਗਿਆ, ਜਿਸ ਵਿੱਚ 16 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਇਸ ਵਿੱਚ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਟੀਮਾਂ ਨੇ ਆਪਣੇ ਜ਼ੋਰ ਵਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਮੈਡੀਕਲ ਕਾਲਜਸ ਐਂਡ ਹਸਪੀਟਲਸ ਹੁੰਦੇ ਨੇ ਅਟੈਚ, ਉਹ ਯੂਜੂਅਲੀ ਅਰਬਨ ਏਰੀਆ ਦੇ ਵਿੱਚ ਹੁੰਦੇ ਨੇ। ਇਹ ਪਹਿਲਾ ਆਫ ਇਟਸ ਕਾਈਂਡ ਹਸਪੀਟਲ ਹੈ ਜਿਹੜਾ ਕਿ ਰੂਰਲ ਬੈਲਟ ਵਿੱਚ ਹੈ। ਇੱਥੇ ਆਲਮੋਸਟ ਸਾਰੇ ਜਿਹੜੇ ਸਰਾਊਂਡਿੰਗ ਵਿਲੇजेस ਨੇ ਉਹ ਸਾਰੇ ਹੀ ਲੋਕ ਇੱਥੇ ਆਉਂਦੇ ਨੇ ਔਰ ਉਹ ਤੋਂ ਗਰੀਬ ਵੀ ਹੁੰਦੇ ਨੇ, ਇਕਨੋਮਿਕਲੀ ਵੀਕਰ ਵੀ ਹੁੰਦੇ ਨੇ ਔਰ ਇੱਥੇ ਟ੍ਰੀਟਮੈਂਟ ਜਿਹੜਾ ਇਨਵੈਸਟੀਗੇਸ਼ਨਸ ਦਾ ਕਾਸਟ ਟੂ ਕਾਸਟ ਕੀਤਾ ਜਾਂਦਾ ਹੈ, ਕੋਈ ਪ੍ਰੋਫਿਟ ਨਹੀਂ ਲਿੱਤਾ ਜਾਂਦਾ। ਬਾਕੀ ਕਾਫੀ ਸਾਰਾ ਟ੍ਰੀਟਮੈਂਟ ਜਿਹੜਾ ਹੈ ਉਹ ਕੈਂਪਸ ਲਗਾ ਕੇ ਫ੍ਰੀ ਟ੍ਰੀਟਮੈਂਟ ਵੀ ਸਾਲ 'ਚ ਕਾਫੀ ਮਹੀਨੇ ਫ੍ਰੀ ਦਿੱਤਾ ਜਾਂਦਾ ਹੈ। ਈਵਨ ਆਪਰੇਸ਼ਨਸ ਫ੍ਰੀ ਕੀਤੇ ਜਾਂਦੇ ਨੇ, ਸਵਾਏ ਦਵਾਈਆਂ ਦੇ ਇਨਵੈਸਟੀਗੇਸ਼ਨਸ ਫ੍ਰੀ ਕੀਤੀਆਂ ਜਾਂਦੀਆਂ। ਕੈਂਸਰ ਦਾ ਇਲਾਜ ਤੇ ਵੈਸੇ ਹੀ ਗੌਰਮੈਂਟ ਵੱਲੋਂ ਅੰਡਰ ਕੈਂਸਰ ਰਿਲੀਫ ਫੰਡ, ਚੀਫ ਮਿਨਿਸਟਰ ਰਿਲੀਫ ਫੰਡ ਦੇ ਅੰਡਰ ਜਿਹੜਾ ਬਿਲਕੁਲ ਹੀ ਫ੍ਰੀ ਕੈਸ਼ਲੈਸ ਟ੍ਰੀਟਮੈਂਟ ਦਿੱਤਾ ਜਾਂਦਾ ਹੈ। ਇਹਦੇ ਇਲਾਵਾ ਸਾਨੂੰ ਹੁਣ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਦੀ ਵੀ ਐਫੀਲੀਏਸ਼ਨ ਮਿਲ ਗਈ ਹੈ ਇਸ ਕਾਲਜ ਨੂੰ। ਉਧਰੋਂ ਵੀ ਹੁਣ ਸਾਨੂੰ ਉਹ ਗ੍ਰਾਂਟ ਆਇਆ ਕਰੇਗੀ, ਉਹ ਵੀ ਸਾਡਾ MOU ਸਾਈਨ ਹੋ ਚੁੱਕਾ ਹੈ। ਉਹਨਾਂ ਮੁਤਾਬਿਕ ਇਸ ਹਸਪਤਾਲ ਦੇ ਵਿੱਚ 150 ਸੀਟਾਂ MBBS ਲਈ ਤੇ 62 ਸੀਟਾਂ PG ਕੋਰਸ ਦੇ ਲਈ ਚੱਲ ਰਹੀਆਂ ਨੇ। ਹਸਪਤਾਲ ਦੇ ਡੀਨ ਅਤੇ ਐਡੀਸ਼ਨਲ ਸਕੱਤਰ ਟਰਸਟ ਡਾਕਟਰ AP ਸਿੰਘ ਨੇ ਕਿਹਾ ਕਿ ਇਸ ਹਸਪਤਾਲ ਅਤੇ ਕਾਲਜ ਦਾ ਮੁੱਖ ਮੰਤਵ ਹੀ ਲੋਕਾਂ ਦੀ ਸੇਵਾ ਕਰਨਾ ਹੈ ਤੇ ਇਹ ਸਭ ਕੁਝ ਟਰਸਟ ਦੇ ਫੈਸਲੇ ਮੁਤਾਬਿਕ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਹਸਪਤਾਲ ਦੇ ਵਿੱਚ ਅੱਜ ਹਰ ਤਰ੍ਹਾਂ ਦੀ ਪੜ੍ਹਾਈ ਤੇ ਇਲਾਜ ਚੱਲ ਰਿਹਾ ਹੈ। ਹਸਪਤਾਲ ਦੇ ਵਿੱਚ ਪਿੰਗਲਵਾੜਾ, ਲਵਾਰਿਸ ਯਤੀਮਖਾਨਾ ਅਤੇ ਐਕਸੀਡੈਂਟ ਦੇ ਸ਼ਿਕਾਰ ਹੋਏ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਹ ਨਹੀਂ, ਬੀਤੇ ਸਾਲ ਟਰਸਟ ਵੱਲੋਂ ਲਏ ਗਏ ਫੈਸਲਿਆਂ ਮੁਤਾਬਿਕ ਜੰਮੂ ਕਸ਼ਮੀਰ ਤੋਂ ਆਏ ਮਰੀਜ਼ਾਂ ਦਾ ਇਲਾਜ ਵੀ ਹਸਪਤਾਲ ਦੇ ਵਿੱਚ ਬਿਲਕੁਲ ਮੁਫਤ ਕੀਤਾ ਗਿਆ। 2007 ਤੱਕ ਸਾਡੇ ਕੋਲ 50 ਸੀਟਸ ਹਨ। 2007 ਤੋਂ ਬਾਅਦ ਅਸੀਂ ਗਵਰਨਮੈਂਟ ਤੇ ਯੂਨੀਵਰਸਿਟੀ ਤੋਂ ਪਰਮਿਸ਼ਨਸ ਲੈ ਕੇ MCA ਨੂੰ ਅਪਲਾਈ ਕੀਤਾ ਫॉर 100 ਸੀਟਸ ਵਾਸਤੇ ਐਂਡ ਵਿਦ ਰੈਗੂਲਰ ਇਨਸਪੈਕਸ਼ਨਸ ਸਾਡੇ ਹਰ ਸਾਲ ਇਨਸਪੈਕਸ਼ਨ ਤੋਂ ਬਾਅਦ 100 ਸੀਟਸ ਦੀ ਸਾਡੀ ਰੈਕੋਗਨੀਸ਼ਨ ਹੋਈ। ਇਨ 2012 then again we have applied for 150 seats and this is we have got permission for third batch of 150 seats now and in the meantime we have got 62 PG seats till date. We have permission of 62 PG seats in all the streams except forensic medicine and psychiatry and we are running we are also now in the phase to apply for super specialty courses like MCH and DM and secondly on the other side we are trying to start a new cath lab. We are trying to start new PGs in radiotherapy and forensic medicine also. ਕੁਛ ਜੋ ਲਵਾਰਿਸ ਪੇਸ਼ੈਂਟ ਵੀ ਨੇ ਦਰਬਾਰ ਗੋਲਡਨ ਟੈਂਪਲ ਦੇ ਨੇ ਜਾਂ ਕਿਤੇ ਵੀ ਬਾਹਰ ਵੀ ਨੇ ਲਵਾਰਿਸ ਪੇਸ਼ੈਂਟ ਨੇ, ਉਹ ਸਾਡੀ ਟਰਸਟ ਦਾ ਇੱਕ ਰੈਜ਼ੋਲੂਸ਼ਨ ਹੈ ਕਿ ਉਹਨਾਂ ਨੂੰ ਵੀ ਅਸੀਂ ਸਰਵਿਸ ਫ੍ਰੀ ਪ੍ਰੋਵਾਈਡ ਕਰਾਂਗੇ। ਪਿੰਗਲਵਾੜਾ ਯਤੀਮਖਾਨਾ ਤੇ ਟੋਟਲ ਸਰਵਿਸਿਜ਼ ਉਹਨਾਂ ਦੀਆਂ ਫ੍ਰੀ ਨੇ ਐਂਡ ਵਿਦ ਦੈਟ ਫਰੋਮ ਦਿਸ ਈਅਰ we have also started providing the free treatment, free operations to all the Jammu and ਇਸ ਖਾਸ ਪੇਸ਼ਕਸ਼ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਅਹਿਮ ਗਤੀਵਿਧੀਆਂ, ਸਿੱਖ ਇਤਿਹਾਸ ਤੇ ਚਲੰਤ ਮੁੱਦਿਆਂ ਤੋਂ ਜਾਣੂ ਕਰਵਾ ਸਕੀਏ। ਕੋਈ ਵੀ ਵਿਚਾਰ, ਕੋਈ ਵੀ ਸੁਝਾਅ ਇਸ ਪ੍ਰੋਗਰਾਮ ਸੰਬੰਧੀ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.tv। ਅਗਲੇ ਹਫਤੇ ਖਾਸ ਪ੍ਰੋਗਰਾਮ ਸਿੱਖ ਸਰਗਰਮੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।